ਸਾਰਿਆਂ ਦਾ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਤੁਸੀਂ ਕੀਮਤੀ ਸਮਾਂ ਕੱਢ ਕੇ ਆਏ ਹੋ ਯਾਰ ਪਿੱਛੇ ਹੋ ਔਰ ਜਲਦੀ ਆਓ। ਤੁਹਾਡਾ ਮਹੱਤਵਪੂਰਨ ਸਹਿਯੋਗ ਸਾਨੂੰ ਮਿਲਦਾ। ਮੈਂ ਅੱਜ ਕੱਲ੍ਹ ਗੱਲ ਕਰਨ ਜਾ ਰਿਹਾ ਇੱਕ ਇਸ਼ਤਿਹਾਰ ਚੱਲ ਰਿਹਾ ਇਸ ਵੇਲੇ ਬੜਾ ਇਸ਼ਤਿਹਾਰ ਚੱਲ ਰਿਹਾ, ਠੀਕ ਹੈ ਜੀ। ਫਾਈਟ ਅਗੇਂਸਟ ਕਰਪਸ਼ਨ, ਲੈਟ ਅਸ ਜੁਆਇਨ ਹੈਂਡਸ ਫਾਰ ਕਰਪਸ਼ਨ ਫ੍ਰੀ ਪੰਜਾਬ। ਨਾ ਮੈਨੂੰ ਕੋਈ ਇਤਰਾਜ਼ ਆ ਇਸ ਤੋਂ, ਤਾਂ ਨਾ ਕਿਸੇ ਹੋਰ ਨੂੰ ਹੋਣਾ ਚਾਹੀਦਾ। ਪਰ ਸਵਾਲ ਇਹ ਆ ਭਈ ਕਰਨੀ ਔਰ ਕਥਨੀ 'ਚ ਕਿੰਨਾ ਕੁ ਫਰਕ ਆ। ਕਾਂਗਰਸ ਤਾਂ ਵੈਸੇ ਮਸ਼ਹੂਰ ਹੀ ਆ ਭਈ ਕਰਨੀ ਔਰ ਕਥਨੀ ਕਦੀ ਇੱਕ ਨਹੀਂ ਰਹੀ। ਬਹੁਤ ਸਾਰੇ ਝੂਠੇ ਵਾਅਦੇ ਕਰਕੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਔਰ ਉਹ ਵਾਅਦੇ ਪੂਰੇ ਨਹੀਂ ਹੋ ਸਕੇ। ਇਨਕਲੂਡਿੰਗ ਉਹਨਾਂ ਦੇ ਮੈਨੀਫੈਸਟੋ 'ਚ ਪਹਿਲਾ ਪੁਆਇੰਟ ਆ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਉਹ ਜ਼ੀਰੋ ਟੋਲਰੈਂਸ ਕਿਹੜੀ, ਕਰਪਸ਼ਨ ਕਿਹੜੀ, ਮੈਨੂੰ ਤਾਂ ਨਹੀਂ ਸਮਝ ਆਇਆ ਹਾਲੇ ਤੱਕ। ਹਾਂ ਇੰਨਾ ਜ਼ਰੂਰ ਆ ਕਿ ਇਹਨਾਂ ਦੇ 4-5 ਮੰਤਰੀ ਜਿਨ੍ਹਾਂ 'ਤੇ ਕਰਪਸ਼ਨ ਦੇ ਬਹੁਤ ਗੰਭੀਰ ਆਰੋਪ ਸੀ, ਕਈਆਂ 'ਤੇ ਤਾਂ ਡਬਲ ਡਿਜਿਟ ਦੇ ਸੀਗੇ, ਕਈਆਂ 'ਤੇ ਟ੍ਰਿਪਲ ਡਿਜਿਟ ਦੇ ਸੀ ਅਤੇ ਕਈਆਂ 'ਤੇ 4 ਡਿਜਿਟ ਦੇ ਆਰੋਪ ਲੱਗ ਚੁੱਕੇ ਸੀ। ਔਰ ਇਹ ਸਾਰੇ ਜੋ ਕਰਪਟ ਮੰਤਰੀ ਸੀ ਉਹਨਾਂ 'ਚ ਇੱਕ ਤਾਂ ਕਈ ਵਾਰੀ ਖੁਸ਼ੀ ਹੁੰਦੀ ਆ ਬਈ ਸਾਡਾ ਮੁੰਡਾ ਸਭ ਤੋਂ ਪਹਿਲੇ ਨੰਬਰ 'ਤੇ ਆ ਗਿਆ, ਪਰ ਹੁਸ਼ਿਆਰਪੁਰ ਵਾਸੀਆਂ ਲਈ ਬਹੁਤ ਵੱਡੀ ਨਮੋਸ਼ੀ ਸੀ ਕਿ ਸਾਡਾ ਮੁੰਡਾ ਕਰਪਸ਼ਨ ਦੇ ਵਿੱਚ ਸਭ ਤੋਂ ਅੱਵਲ ਦਰਜੇ 'ਤੇ ਆਇਆ। ਹਜ਼ਾਰਾਂ ਕਰੋੜਾਂ ਦੇ ਘੁਟਾਲਿਆਂ ਦੇ ਆਰੋਪ ਲੱਗੇ ਜਿਨ੍ਹਾਂ ਨੂੰ ਐਡਵੋਕੇਟ ਜਨਰਲ ਨੇ ਵੀ ਜਿਹੜਾ ਹੈਗਾ ਉਹ ਰੈਟੀਫਾਈ ਕੀਤਾ, ਉਹਨੇ ਮੰਨਿਆ। ਇਹਨਾਂ ਦੇ ਆਪਣੇ ਡਾਇਰੈਕਟਰਾਂ ਨੇ ਬਿਆਨ ਦਿੱਤੇ, CM ਨੂੰ ਮੇਲ ਪਾਈ, ਹਾਈ ਕੋਰਟ 'ਚ ਵੀ ਗਏ ਭਈ ਇਹ ਸਾਰਾ ਹੀ ਜੋ ਉਸ PSIC ਦੇ ਵਿੱਚ ਧਾਂਦਲੀ ਹੋਈ ਸੀ, ਉੱਥੇ ਦੇ ਡਾਇਰੈਕਟਰ ਜਿਹੜੀ ਬੋਡੀ ਨੇ ਪਾਸ ਕੀਤਾ ਉਹਨਾਂ ਨੇ ਕਿਹਾ ਜੀ ਵੀ ਬਹੁਤ ਵੱਡੀ ਧਾਂਦਲੀ ਹੋਈ ਹੈ। ਸੋ ਇਸੇ ਤਰ੍ਹਾਂ JCT ਇਲੈਕਟ੍ਰੋਨਿਕਸ ਦੀ ਜ਼ਮੀਨ ਦਾ ਘੁਟਾਲਾ ਔਰ ਆਨੰਦ ਲੈਂਪ ਦਾ ਘੁਟਾਲਾ ਔਰ ਹੋਰ ਬਹੁਤ ਸਾਰੇ ਜਿਹੜੇ ਘੁਟਾਲੇ ਹੋਏ ਆ ਪਲਾਟਾਂ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਸਰਕਾਰੀ ਫੰਡਾਂ ਦਾ ਆਪਣੇ ਨਿੱਜੀ ਫਾਇਦੇ ਲਈ ਦੁਰਉਪਯੋਗ। ਬਹੁਤ ਸਾਰੇ ਐਸੇ ਕੇਸ ਆ, ਚਾਹੇ ਉਹ ਬਜਵਾੜੇ ਦਾ ਸਕੂਲ ਖ਼ਤਮ ਕਰਕੇ ਉਹਦੇ 'ਚੋਂ ਇੱਕ ਹਿੱਸਾ ਕਲੋਨੀ ਕੱਟਣ ਲਈ ਰਿਜ਼ਰਵ ਕਰਨਾ, ਆਪਣੇ ਬਚਾ ਕੇ ਰੱਖਣਾ, ਚਾਹੇ ਅੰਮ੍ਰਿਤ ਯੋਜਨਾ ਦਾ ਆਪਣੀਆਂ ਕਲੋਨੀਆਂ ਨੂੰ ਸਾਰਾ ਫਾਇਦਾ ਪਹੁੰਚਾਉਣਾ, ਆਪਣੀਆਂ ਹੀ ਰਜਿਸਟਰੀਆਂ, ਆਪਣੇ ਹੀ ਨਕਸ਼ੇ ਪਾਸ ਕਰਾਉਣਾ, ਆਪਣੀ ਮਾਈਨਿੰਗ ਸਿੱਧੀ ਤੌਰ 'ਤੇ ਆਪਣੀਆਂ ਕਲੋਨੀਆਂ ਲਈ ਲਗਾਤਾਰ ਕਰਵਾਉਂਦੇ ਰਹਿਣਾ ਵਗੈਰਾ ਵਗੈਰਾ। ਮੇਰਾ ਕਹਿਣਾ ਇਹ ਆ ਕਿ ਐਸੇ ਮਹਾਂਪੁਰਸ਼ ਜਿਸਲੇ ਹੈਗੇ ਆ ਉਹ ਜਿਨ੍ਹਾਂ ਨੂੰ ਕਾਂਗਰਸ ਨੇ ਆਪ ਐਡਮਿਟ ਕੀਤਾ ਕਿ ਉਹ ਕਰਪਟ ਹੈ, ਇਸ ਕਰਕੇ ਮੰਤਰੀ ਮੰਡਲ 'ਚ ਉਹਨਾਂ ਨੂੰ ਡਰੋਪ ਕੀਤਾ, ਬਰਖਾਸਤ ਕੀਤਾ। ਪਰ ਚੋਰ ਦਰਵਾਜ਼ੇ ਰਾਹੀਂ ਫਿਰ ਜਿਵੇਂ ਉਹਨਾਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਮੈਨੂੰ ਉਦਾਹਰਣ ਯਾਦ ਆਉਂਦਾ 1984 ਦੇ ਜੋ ਸਿੱਖ ਕਤਲੇਆਮ ਹੋਇਆ ਔਰ ਕਾਂਗਰਸ ਨੇ ਬਹੁਤ ਹੱਥ ਝਾੜਨੇ ਦੀ ਕੋਸ਼ਿਸ਼ ਕੀਤੀ ਆ ਉਸ ਤੋਂ, ਪਰ ਕਿਤੇ ਨਾ ਕਿਤੇ ਸੰਗਠਨ ਦੇ ਵਿੱਚ ਉਹ ਸੱਜਣ ਕੁਮਾਰ, KL ਭਗਤ ਵਗੈਰਾ ਵਗੈਰਾ ਇਹਨਾਂ ਲੋਕਾਂ ਨੂੰ ਕਿਤੇ ਨਾ ਕਿਤੇ ਫਸਾ ਲੈਂਦੇ ਆ। ਮਤਲਬ ਛੱਡਣਾ ਨਹੀਂ ਇਹਨਾਂ ਨੂੰ, ਜਿਹੜੀ ਇਨਡਾਇਰੈਕਟ ਸਵੀਕ੍ਰਿਤੀ। ਔਰ ਇਸੇ ਤਰ੍ਹਾਂ ਕਰਪਸ਼ਨ ਨੂੰ ਕਾਂਗਰਸ ਕਦੀ ਛੱਡ ਨਹੀਂ ਸਕਦੀ। ਇਨਡਾਇਰੈਕਟ, ਡਾਇਰੈਕਟ ਹਰ ਤਰ੍ਹਾਂ ਦੀ ਸਵੀਕ੍ਰਿਤੀ। ਚਲੋ ਮੈਂ ਇਲਜ਼ਾਮ ਲਾਵਾਂ ਤਾਂ ਕਹਿ ਸਕਦੇ ਹਾਂ ਰਾਜਨੀਤਿਕ ਆ, ਇਹ ਦਵੇਸ਼ ਭਾਵਨਾ ਲਾਏ ਆ, ਪੋਲੀਟੀਕਲ ਬੰਦੇ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਆ। ਇਹਨਾਂ ਦਾ ਐਡਵੋਕੇਟ ਜਨਰਲ ਕਹਿ ਜਾਵੇ ਜੀ ਜੇ ਘੱਟੋ ਘੱਟ 125 ਕਰੋੜ ਦਾ ਘਪਲਾ ਹੋਇਆ, ਔਰ ਤਾਂ ਕਵੇ ਜੇ ਰੌਲਾ ਰੱਪਾ ਪੈਣ 'ਤੇ ਮੁੱਖ ਮੰਤਰੀ ਐਡਵੋਕੇਟ ਜਨਰਲ ਦੀ ਰਾਏ ਲੈ ਲੈਣ, ਜਿਹੜੀ ਪਹਿਲੋਂ ਜਾਣਬੁੱਝ ਕੇ ਨਹੀਂ ਲਈ ਗਈ, ਹਾਲਾਂਕਿ ਡਾਇਰੈਕਟਰਾਂ ਨੇ ਕਿਹਾ ਸੀ। ਔਰ ਸਿਮਿਲਰਲੀ
ਆ ਇੱਕ ਤੁਸੀਂ ਨਿਊਜ਼ ਆਈਟਮ ਸਾਰੀਆਂ ਅਖਬਾਰਾਂ 'ਚ ਛਪੀ ਆ, ਪੈਸੇ ਲੈ ਕੇ ਐਸਐਸਪੀ ਨਿਯੁਕਤ ਕਰਨੇ ਦਾ ਦੋਸ਼। ਇਹ ਮੈਂ ਲੈਣਾ। ਇਹਨਾਂ ਦਾ ਇੱਕ ਮੰਤਰੀ ਰਾਣਾ ਗੁਰਜੀਤ, ਉਹ ਸ਼ਰੇਆਮ ਕੈਬਨਿਟ ਦੀ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਦੀ ਹਾਜ਼ਰੀ ਦੇ ਵਿੱਚ ਇਲਜ਼ਾਮ ਲਗਾ ਰਿਹਾ, ਕਿੰਨਾ ਗੰਭੀਰ ਆ, ਵੀ ਐਸਐਸਪੀ ਪੈਸੇ ਲਾ ਕੇ ਲਗਾਏ ਜਾ ਰਹੇ। ਜੇ ਇਹਨਾਂ ਦੇ ਆਪਣੇ ਬਿਆਨਾਂ ਨੂੰ ਵੀ ਸੱਚ ਨਾ ਮੰਨੀਏ ਤਾਂ ਕਿਹਨੂੰ ਸੱਚ ਮੰਨੀਏ। ਔਰ ਅੱਜ ਜੋ ਪੰਜਾਬ 'ਚ ਲਾਅ ਐਂਡ ਆਰਡਰ ਦੀ ਸਥਿਤੀ ਆ, ਜੋ ਗੁੰਡਾ ਰਾਜ ਆ, ਜੋ ਮਾਫੀਆ ਰਾਜ ਆ, ਜੋ ਲੁੱਟ ਖਸੁੱਟ ਚੋਰੀਆਂ ਦਾ, ਖੋਹਾਂ ਦਾ, ਮਰਡਰਾਂ ਦਾ ਰਾਜ ਆ, ਇੱਥੇ ਹੁਸ਼ਿਆਰਪੁਰ ਦੀਆਂ ਵੀ ਬਹੁਤ ਐਗਜ਼ਾਮਪਲਾਂ। ਜੇ ਐਸਐਸਪੀ ਪੈਸੇ ਲੈ ਕੇ ਲੱਗਣਗੇ ਤਾਂ ਐਸਐਸਪੀ ਵਸੂਲੀ ਨਹੀਂ ਕਰਨਗੇ, ਤੇ ਵਸੂਲੀ ਕਰਨਗੇ ਤਾਂ ਇਨਸਾਫ ਦੇਣਗੇ। ਸੋ ਇਹ ਹਾਲਤ ਅੱਜ ਪੰਜਾਬ ਦੀ ਆ। ਪਰ ਇਹ ਤੋਂ ਵੀ ਜ਼ਿਆਦਾ ਨਮੋਸ਼ੀ ਉਸ ਵੇਲੇ ਹੁੰਦੀ ਆ ਜਿਸ ਲਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਚਿੱਠੀ ਆਪਾਂ ਪੜ੍ਹਦੇ ਹਾਂ। ਤੁਸੀਂ ਪੜ੍ਹੀ ਹੋਣੀ, ਸਾਰਿਆਂ ਨੇ ਪੜ੍ਹੀ ਆ ਜੀ। ਇਹਦੇ ਵਿੱਚ ਪੰਜਾਬ ਦੀ ਇਲੈਕਸ਼ਨ ਕਮੇਟੀ ਇੱਕ ਗਠਿਤ ਕੀਤੀ ਗਈ ਆਲ ਇੰਡੀਆ ਕਾਂਗਰਸ ਕਮੇਟੀ ਨੇ। ਉਹਦੇ ਵਿੱਚ ਸਾਡੇ ਫਿਰ ਆਪਣੇ ਹੁਸ਼ਿਆਰਪੁਰ ਦੇ ਲਾਇਕ ਮੁੰਡੇ ਦਾ, ਬੱਚੇ ਦਾ ਨਾਂ ਹੈਗਾ 19ਵੇਂ ਨੰਬਰ 'ਤੇ ਸ਼੍ਰੀ ਸੁੰਦਰ ਸ਼ਾਮ ਅਰੋੜਾ। ਉਹਨਾਂ ਨੂੰ ਟਿਕਟਾਂ ਵੰਡਣੇ ਵਾਲੀ ਜਿਹੜੀ ਰਿਕਮੈਂਡੇਟਰੀ ਬੋਡੀ ਆ ਪੰਜਾਬ ਦੀ, ਉਹਦਾ ਮੈਂਬਰ। ਉਸ ਵੇਲੇ ਫਿਰ ਮਨ ਬਹੁਤ ਖਰਾਬ ਹੋਇਆ ਕਿ ਜਿਸ ਬੰਦੇ 'ਤੇ ਇੰਨੇ ਗੰਭੀਰ ਕਰਪਸ਼ਨ ਦੇ ਇਲਜ਼ਾਮ ਹੋਣ, ਜਿਹੜਾ ਕਰਪਟ ਮੰਤਰੀਆਂ ਦਾ ਸਿਰਮੌਰ ਹੋਵੇ, ਜਿਹੜਾ ਹਜ਼ਾਰਾਂ ਕਰੋੜ ਦੇ ਸਕੈਂਡਲ ਦੇ ਵਿੱਚ, ਘੁਟਾਲਿਆਂ ਦੇ ਵਿੱਚ ਸੰਲਿਪਤ ਰਿਹਾ ਹੋਵੇ, ਔਰ ਜਿਹਨੂੰ ਮੰਤਰੀ ਮੰਡਲ ਤੋਂ ਡਰੋਪ ਕੀਤਾ ਹੋਵੇ ਭ੍ਰਿਸ਼ਟਾਚਾਰ ਦੇ ਆਰੋਪਾਂ ਦੇ ਕਾਰਨ, ਉਸ ਬੰਦੇ ਨੂੰ ਆਪਾਂ ਪੰਜਾਬ ਦੇ ਵਿੱਚ ਕਾਂਗਰਸ ਦੀਆਂ ਜਿਹੜੀਆਂ ਟਿਕਟਾਂ ਵੰਡ ਹੋਣੀਆਂ ਉਸ ਕਮੇਟੀ ਦਾ ਪਤਾ ਨਹੀਂ ਤਾਂ ਇਹ ਲਾਉਂਦੇ ਆ ਭਈ ਐਕਸਪਰਟ ਆ, ਭਈ ਹੁਣ ਪੈਸੇ ਪੂਏ ਇਕੱਠੇ ਕਰਨੇ ਟਿਕਟਾਂ ਦੇਣ ਵੇਲੇ। ਬੰਦੇ ਨੂੰ ਐਕਸਪਰਟ ਬੰਦੇ ਨੂੰ ਸਪੈਸ਼ਲ ਉਹ ਲਾ ਲੈਂਦੇ ਨਾ, ਜਿਹੜਾ ਸਪੈਸ਼ਲ ਕੀ ਕਹਿੰਦੇ ਹੁੰਦੇ ਅਸਿਸਟ ਕਰਨ ਲਈ ਐਕਸਪਰਟ ਬੰਦਾ ਹੈ ਕਰਪਸ਼ਨ ਦਾ। ਸੋ ਇਹ ਸਾਬਤ ਕਰਦਾ ਕਿ ਕਾਂਗਰਸ ਦੀ ਕਰਨੀ ਔਰ ਕਥਨੀ ਜਿਹੜੀ ਆ ਇੱਕ ਜਿਹੀ ਨਹੀਂ ਆ। ਕਾਂਗਰਸ ਦਾ ਹੱਥ ਕਰਪਸ਼ਨ ਕੇ ਸਾਥ। ਲੋਕੀ ਤਾਂ ਹੋਰ ਚੀਜ਼ਾਂ ਨਾਲ ਕਹਿੰਦੇ ਸੀ। ਇਹ ਆ 3 ਡਾਕੂਮੈਂਟ ਮੈਂ ਤੁਹਾਡੇ ਅੱਗੇ ਰੱਖੇ ਆ, ਇਹ ਸਾਬਤ ਕਰਦੇ ਆ। ਜੇ ਤੋਂ ਬੜੀ ਕਿਸੇ ਨੂੰ ਆਸ ਜਾਗਦੀ ਆ ਆਪਣੇ ਪੰਜਾਬ ਦੇ ਲੋਕਾਂ ਨੂੰ, ਹੈ ਚੰਨੀ ਕਰਪਸ਼ਨ ਦੂਰ ਕਰੂਗਾ। ਨੰਬਰ ਜੇ ਵੀ ਦੇ ਦਿੱਤੇ ਆ, ਇਹ ਕੀ ਫਾਇਦਾ ਜੀ ਇਹਨਾਂ ਦਾ? ਮੀਅਰ ਵੇਸਟੇਜ ਆਫ ਪਬਲਿਕ ਮਨੀ ਹੈ, ਮੀਅਰ ਵੇਸਟੇਜ। ਤੁਸੀਂ ਕੁਛ ਕਰਕੇ ਤਾਂ ਸਾਰਾ ਕੋਈ ਪਟਵਾਰੀ ਦਾ ਫੜ ਕੇ ਦਿਖਾਓ, ਕੋਈ ਤੁਹਾਡੇ ਤਾਂ ਸਾਰੇ ਜਗ੍ਹਾ ਹਿੱਸੇ ਆਪਣੇ ਬੰਦਿਆਂ ਦੇ। ਮਾਈਨਿੰਗ ਚਾਹੇ ਉਹ ਫੋਰੈਸਟ ਦੀ ਹੋਵੇ, ਚਾਹੇ ਉਹ ਪੰਚਾਇਤਾਂ ਦੀ ਹੋਵੇ, ਚਾਹੇ ਤੁਹਾਡੀ ਆਪ ਤੁਹਾਡੇ ਕਰਦੇ ਆ। ਐਕਸਾਈਜ਼ ਦੇ ਤੁਸੀਂ ਆਪ ਨਕਲੀ ਫੈਕਟਰੀਆਂ ਇਹਨਾਂ ਦੇ ਲੀਡਰਾਂ ਦੀਆਂ ਲੱਗੀਆਂ, ਜਿਹਦੇ ਵਿੱਚੋਂ ਕਰੋਨਾ ਕਾਲ ਦੇ ਵਿੱਚ ਵੀ ਨਕਲੀ ਸ਼ਰਾਬ ਬਣ ਕੇ ਜਾਂਦੀ ਰਹੀ। ਸੈਂਟਰ ਦਾ ਭੇਜਿਆ ਗਰੀਬ ਕਲਿਆਣ ਫੰਡ ਦਾ ਜਿਹੜਾ ਤੁਸੀਂ ਅਨਾਜ ਖਾ ਕੇ ਕਰਪਸ਼ਨ ਇੰਨੇ ਗਿਰੇ ਹੱਦ ਤੱਕ ਹੋ ਗਈ। ਸੋ ਮੈਨੂੰ ਬੜਾ ਇਹ ਰੰਜਿਸ਼ ਸਾਰੇ ਪੰਜਾਬ ਦੇ ਲੋਕਾਂ ਨੂੰ ਹੈ ਕਿ ਇਹ ਐਸੇ ਇਸ਼ਤਿਹਾਰ ਲਾ ਕੇ ਆਪਣੇ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈਗੀ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੀ ਆ, ਔਰ ਲੋਕਾਂ ਨੂੰ ਸਮਝਦੀ ਆ ਪਈ ਇਸ ਤਰ੍ਹਾਂ ਗੁੰਮਰਾਹ ਕਰਕੇ ਸ਼ਾਇਦ ਅਸੀਂ ਵੋਟਾਂ ਲੈ ਲਾਂਗੇ। ਸੋ ਇਹ ਆਪਣੀ ਵੇਦਨਾ ਪ੍ਰਗਟ ਕਰਨ ਲਈ ਇਸ ਪ੍ਰੈਸ ਕਾਨਫਰੰਸ ਰਾਹੀਂ ਮੈਂ ਜਨਤਾ 'ਚ ਜਾਣ ਦਾ ਫੈਸਲਾ ਕੀਤਾ। ਆਉਣ ਵਾਲੇ ਜਿਹੜੇ ਇਲੈਕਸ਼ਨ ਹੈਗੇ ਆ, ਇਹਦੇ ਵਿੱਚ ਜਿਹੜਾ ਕਿਸਾਨਾਂ ਦਾ ਅੰਦੋਲਨ ਸਮਾਪਤ ਹੋਇਆ, ਜਿਹੜੀਆਂ ਉਹਨਾਂ ਦੇ ਕਾਨੂੰਨ ਜਿਹੜੇ ਸੀ ਵਾਪਸ ਲਿੱਤੇ ਗਏ ਆ, ਉਹਦਾ ਕੀ ਦੇਸ਼ ਭਰ ਦੇ ਵਿੱਚ ਫਰਕ ਪਏਗਾ ਭਾਜਪਾ? ਅਵਸ਼ਯ ਹੀ ਪੈਣਾ, ਅਵਸ਼ਯ ਪੈਣਾ। ਬੀਜੇਪੀ ਨੂੰ ਚੁਣਾਵ ਪ੍ਰਚਾਰ ਕਰਨੇ ਤੋਂ, ਪਾਰਟੀ ਦਾ ਪ੍ਰਚਾਰ ਕਰਨੇ ਤੋਂ, ਪਾਰਟੀ ਦੀਆਂ ਨੀਤੀਆਂ ਦਾ ਪ੍ਰਚਾਰ ਕਰਨੇ ਤੋਂ ਰੋਕਿਆ ਗਿਆ ਸੀ। ਚਾਹੇ ਉਹ ਕਿਸਾਨੀ ਕਾਨੂੰਨ ਸੀ, ਚਾਹੇ ਕੁਛ ਹੋਰ ਸੀ, ਬੀਜੇਪੀ ਆਪਣਾ ਪੱਖ ਨਹੀਂ ਰੱਖ ਸਕਦੀ ਸੀ। ਆਹੀ ਅੱਜ ਕਰਪਸ਼ਨ ਦਾ ਪੱਖ ਹੈ। ਚਾਹੇ ਅਸੀਂ ਪ੍ਰੈਸ ਰਾਹੀਂ ਰੱਖੀਏ, ਚਾਹੇ ਅਸੀਂ ਜਲਸੇ ਕਰਕੇ ਰੱਖੀਏ। ਸੋ ਕਿਸਾਨ ਅੰਦੋਲਨ ਕਾਨੂੰਨ ਖਤਮ ਹੋਇਆ, ਕਿਸਾਨ ਅੰਦੋਲਨ ਖਤਮ ਹੋਇਆ। ਮਾਨनीय ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਹੁਤ ਵੱਡਾ ਦਿਲ ਦਿਖਾਇਆ, ਆਪਣਾ ਦਿਖਾਇਆ ਆ, ਔਰ ਦੇਸ਼ ਹਿੱਤ ਦੇ ਵਿੱਚ ਉਹ ਕਾਨੂੰਨ ਵਾਪਸ ਲਿਆ। ਹਾਲਾਂਕਿ ਉਹਨਾਂ ਨੇ ਫਿਰ ਕਿਹਾ ਕਿ ਸਹੀ ਮਨਸ਼ਾ ਨਾਲ, ਸਹੀ ਨੀਅਤ ਨਾਲ
ਕਿਸਾਨ ਹਿੱਤ 'ਚੋਂ ਕਾਨੂੰਨ ਬਣੇ ਸੀ ਔਰ ਕਿਸੇ ਵੇਲੇ ਰੀਅਲਾਈਜ਼ ਵੀ ਹੋਏਗਾ ਕਿ ਉਹ ਕਾਨੂੰਨਾਂ ਦੀ ਲੋੜ ਹੈ, ਪਰ ਉਹ ਕਾਨੂੰਨ ਖਤਮ ਹੋਣ ਨਾਲ ਭਾਜਪਾ ਜਿਹੜੀ ਆ ਖੁੱਲ੍ਹ ਕੇ ਆਪਣੀ ਗੱਲ ਕਹਿ ਸਕੇਗੀ, ਜਨਤਾ 'ਚ ਜਾ ਸਕੇਗੀ। ਲੁਧਿਆਣਾ ਦੇ ਵਿੱਚ ਗੱਲ ਆ ਰਹੀ ਸਾਹਮਣੇ ਕਿ ਜਿੱਦਾਂ ਕੈਪਟਨ ਸਾਹਿਬ ਆਪਣੀ ਨਈ ਪਾਰਟੀ ਬਣਾਇਆ ਹੋਇਆ ਤਾਂ ਮਤਲਬ ਉੱਪਰੋਂ ਦੀ ਕੋਈ ਭਾਜਪਾ ਨਾਲ ਇਹਨਾਂ ਦਾ ਗੱਠਜੋੜ ਹੋਣਾ ਹੈ, ਕਿਆ ਕੋਈ ਇੰਟੀਮੇਸ਼ਨ ਤੁਹਾਨੂੰ ਆਇਆ ਹੈ ਕਮਾਨ ਸੇ ਕੁਝ ਨਹੀਂ। ਇਹਨਾਂ ਨਾਲ ਇੱਦਾਂ ਦਾ ਨਹੀਂ, ਕੋਈ ਸਾਡੇ ਕੱਲ੍ਹ ਵੀ ਸਟੇਟ ਕੌਂਸਲ ਦੀ ਵੱਡੀ ਬੈਠਕ ਹੋਈ ਹੈ ਲੁਧਿਆਣੇ ਦੇ ਵਿੱਚ, ਜਿਹਦੇ 'ਚ ਮੇਰਾ ਖਿਆਲ ਮੰਡਲ ਪਦਾਧਿਕਾਰੀਆਂ ਤੱਕ ਕੁੱਲ ਮੇਰਾ ਖਿਆਲ 7-8 ਹਜ਼ਾਰ ਤੋਂ ਉੱਪਰ ਕਾਰਜਕਰਤਾ ਸੀਗੇ ਔਰ ਉੱਥੇ ਵੀ ਜਦ ਤੱਕ ਕੋਈ ਚੀਜ਼ ਹੋ ਨਹੀਂ ਜਾਂਦੀ ਤਦ ਤੱਕ ਉਹਦੇ ਬਾਰੇ ਕੁਝ ਵੀ ਕਹਿਣਾ ਨਹੀਂ ਬਣਦਾ। ਅਸੀਂ 117 ਸੀਟਾਂ 'ਤੇ ਹੀ ਲੜ ਰਹੇ ਹਾਂ। ਪਰ ਕੈਪਟਨ ਸਾਹਿਬ ਤਾਂ ਇਹ ਕਹਿ ਰਹੇ ਆ ਵੀ ਮੈਂ ਬੀਜੇਪੀ ਲਈ ਪ੍ਰਚਾਰ ਕਰੂੰਗਾ, ਫਿਰ ਉਹ ਆਪਣੇ ਨੂੰ ਕਰੇਗਾ। ਉਹਦਾ ਜਵਾਬ ਉਹੀ ਦੇ ਸਕਦੇ ਆ। ਪਾਰਟੀ ਨੇ ਕੱਲ ਤੱਕ ਵੀ ਸਾਡੇ ਜਿਹੜਾ ਸ਼ੀਰਸ਼ ਨੇਤਰਤਵ ਆ ਉਹਨੇ ਬਿਲਕੁਲ ਕਲੀਅਰ ਕੀਤਾ ਕਿ ਅਸੀਂ 117 ਸੀਟਾਂ 'ਤੇ ਲੜਾਂਗੇ। ਉਮੀਦਵਾਰ ਰਾਜਨੀਤੀ ਆ, ਰਾਜਨੀਤੀ ਆ, ਕਿਸੇ ਵੇਲੇ ਕੋਈ ਵੀ ਮੋੜ ਆ ਸਕਦਾ। ਉਮੀਦਵਾਰਾਂ ਦੀ ਲਿਸਟ ਕਦੋਂ ਤੱਕ ਜਾਰੀ ਕਦੋਂ ਤੱਕ ਜਾਰੀ? ਸਾਡੇ ਪਾਰਟੀ ਦਾ ਜੋ ਪੁਰਾਣਾ ਸਿਸਟਮ ਆ, ਪਾਰਲੀਮੈਂਟਰੀ ਬੋਰਡ ਬੈਠੇਗਾ, ਇੱਥੇ ਦੀ ਇਲੈਕਸ਼ਨ ਕਮੇਟੀ ਉਹ ਰਿਕਮੈਂਡੇਸ਼ਨਸ ਭੇਜੇਗੀ, ਉਹਦੇ ਉੱਥੇ ਹੀ ਉਹ ਫੈਸਲਾ ਹੋਏਗਾ। ਮੋੜ ਦਾ ਮਤਲਬ ਸਰ ਕੀ ਹੈ ਸੰਭਾਵਨਾ ਕੋਈ ਕਾਹਦੀ? ਇਹ ਹੋ ਸਕਦਾ ਹੈ ਕੁਝ ਨਹੀਂ, ਮੈਂ ਕੈਪਟਨ ਦੇ ਨਾਲ ਨਹੀਂ, ਇਹ ਤਾਂ ਸੈਂਟਰ ਦਾ ਪ੍ਰੋਰੋਗੇਟਿਵ ਆ, ਉਹਨਾਂ ਨੇ ਫੈਸਲਾ ਨਹੀਂ, ਮੈਂ ਕਰਨਾ। ਕਹਾਂ ਸਰ ਕੋਈ ਅੰਦਰ ਖਾਤੇ ਇੰਟੀਮੇਸ਼ਨ ਆ ਜਾਂਦਾ ਹੈ ਨਹੀਂ, ਜੀ ਥੋੜ੍ਹਾ ਜਿਹਾ। ਸਾਨੂੰ ਕੋਈ ਅੰਤਰ ਖਾਤੇ ਕੋਈ ਪਾਰਟੀਆਂ ਦੇ ਭ੍ਰਿਸ਼ਟ ਜਿਹੜੇ ਹੈਗੇ ਆ ਲੋਕ, ਉਹ ਬੀਜੇਪੀ ਵੱਲ ਨੂੰ ਰੁੱਖ ਕਰ ਰਹੇ ਆ। ਕੀ ਉਹ ਬੀਜੇਪੀ ਉਹਨਾਂ ਨੂੰ ਆਪਣੇ ਮੈਂਬਰ ਲੈਣ ਤੋਂ ਬਾਅਦ ਟਿਕਟਾਂ ਵੀ ਦੇਵੇਗੀ? ਆ 3-4 ਬੰਦੇ ਆ ਨਾ, ਜਿਹਦਾ ਕੋਈ ਨਹੀਂ ਆਇਆ ਹਲੇ। ਸੁੰਦਰ ਸ਼ਾਮ ਅਰੋੜਾ, ਬਲਵੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਸਾਧੂ ਸਿੰਘ ਹਾਲੇ ਤੱਕ ਤਾਂ ਨਹੀਂ ਆਏ ਸਾਡੇ ਵੱਲ। ਜੇ ਆ ਗਏ ਤਾਂ ਆ ਗਏ ਤਾਂ ਆਉਣ ਤਾਂ ਸਹੀ, ਫਿਰ ਦੱਸਾਂਗੇ ਉਹਨਾਂ ਨੂੰ। ਸੀਐਮ ਚਿਹਰਾ ਕਿਹੜਾ ਹੋਊਗਾ ਜੀ ਆਪਣੀ? ਸੀਐਮ ਚਿਹਰਾ ਸਾਡੇ ਰਿਵਾਜ ਘੱਟੇ ਹੈ, ਬਹੁਤ ਘੱਟ, ਵੈਰੀ ਰੇਅਰਲੀ। ਜਿਹਦਾ ਦੂਸਰੀਆਂ ਪਾਰਟੀਆਂ ਕਹਿੰਦੀਆਂ ਵੀ ਸਿੱਖ ਚਿਹਰਾ ਚਾਹੀਦਾ, ਵੀ ਕੀ ਜੇ ਬੀਜੇਪੀ ਪਾਰਟੀ ਅਲਾਉ ਕਰਦੀ ਵੀ ਸਿੱਖ ਹੀ ਚਾਹੀਦਾ? ਬੀਜੇਪੀ ਹਮੇਸ਼ਾ ਹੀ ਡੈਮੋਕ੍ਰੈਟਿਕ ਸਿਸਟਮ 'ਚ ਵਿਸ਼ਵਾਸ ਰੱਖਦੀ ਆ। ਚੁਣੇ ਹੋਏ ਨੁਮਾਇੰਦੇ ਹੀ ਜਨਰਲੀ ਮੁੱਖ ਮੰਤਰੀ ਦਾ ਜਿਹੜਾ ਆ ਉਹ ਚਿਹਰਾ ਚੁਣਦੇ। बीजेपी के साथ कितना दलित चेहरा होगा तो पहले साथ ਨਹੀਂ, ਕੋਈ ਅਫੀਸ਼ੀਅਲ ਸਟੇਟਮੈਂਟ ਨਹੀਂ ਆਈ ਹਾਲੇ। ਕਰਪਸ਼ਨ ਹੀ ਮੁੱਦਾ ਹੋਏਗਾ ਜੀ। ਹੋਰ ਇਸ ਕਰਪਸ਼ਨ ਸਭ ਤੋਂ ਵੱਡਾ ਮੁੱਦਾ ਹੋਏਗਾ, ਕਿਉਂਕਿ ਕਾਂਗਰਸ ਨੇ ਕਰਪਸ਼ਨ ਦੇ ਮੁੱਦੇ ਤੇ ਸਭ ਤੋਂ ਜ਼ਿਆਦਾ ਧੋਖਾ ਪੰਜਾਬ ਵਾਸੀਆਂ ਨਾਲ ਕੀਤਾ। ਪੂਰਾ ਪੰਜਾਬ ਲੁੱਟ ਕੇ ਖਾ ਲਿਆ, ਖਜ਼ਾਨਾ ਖਤਮ ਕਰਤਾ, ਪੰਜਾਬ ਦੇ ਸਾਰੇ ਰਿਸੋਰਸਿਸ ਖਤਮ ਕਰ ਦਿੱਤੇ ਔਰ ਫਿਰ ਚੰਗੇ ਭਲੇ ਬਣੇ ਫਿਰਦੇ ਆ। ਸੈਂਟਰ ਦੀਆਂ ਸਕੀਮਾਂ ਦੇ ਪੈਸੇ ਦੇ ਨਾਲ ਪੱਥਰ ਲਗਾਉਂਦੇ ਆ, ਅੱਜ ਵੀ ਪੱਥਰ ਲੱਗ ਰਹੇ ਆ ਔਰ ਇਹਨਾਂ ਦੇ ਸਰਕਾਰ ਬਣਦੇ ਵੀ, ਸਰਕਾਰ ਬਣਾਉਣ ਤੋਂ ਪਹਿਲਾਂ ਮੈਨੀਫੈਸਟੋ 'ਚ ਵੀ ਡਿਕਲੇਅਰ ਕੀਤਾ ਸੀ ਕਿ ਕੋਈ ਵੀ ਪੱਥਰ ਨਹੀਂ ਲਗਾਏਗਾ। ਔਰ ਰਿਟਰਨ 'ਚ ਤੁਸੀਂ ਸਾਡੇ ਇੱਥੇ ਦੇ MLA ਸਾਹਿਬ ਮੇਰਾ ਖਿਆਲ ਦਿਨ 'ਚ ਉਧਰੋਂ ਚੈੱਕ ਫੜਾਉਂਦੇ ਆ, ਉਧਰੋਂ ਪੱਥਰ ਜਿਹੜਾ ਲਾ ਕੇ ਆ ਜਾਂਦੇ ਆ, ਸੇਮ ਡੇ ਸੇਮ ਟਾਈਮ ਤੇ। ਕਦੀ ਇਦਾਂ ਹੋਇਆ ਚੈੱਕ ਫੜਾ ਦਿਓ ਤਾਂ ਪੱਥਰ ਲਾ सर ਦਿਓ? कोर्ट लगन वाला कभी भी लग सकता है 10 दिन 15 दिन बाद जी, तो बाद जी, 15 जी, दिन। जी। बीजेपी जी एक्टिविटी बिल्कुल मतलब ग्राउंड लेवल पे नहीं दिखाई दे रही है। ਵੀ ਹਾਲੇ कोई आने वाली की रणनीति होगी कितना मतलब ਦੇਖੋ, ਬੀਜੇਪੀ ਦਾ ਆਪਣਾ ਇੱਕ ਕੰਮ ਕਰਨੇ ਦਾ ਸਟਾਈਲ ਆ। ਬੀਜੇਪੀ ਝੂਠੀਆਂ ਘੋਸ਼ਣਾਵਾਂ, ਝੂਠੇ ਵਾਅਦੇ ਕਰਨੇ 'ਚ ਵਿਸ਼ਵਾਸ ਨਹੀਂ ਰੱਖਦੇ। ਹਾਲੇ ਤੱਕ ਦੌਰ ਉਹਨਾਂ ਲੋਕਾਂ ਦਾ ਚੱਲ ਰਿਹਾ ਜਿਹੜੇ ਵੱਡੀਆਂ ਛੱਡਦੇ ਆ, ਝੂਠੇ ਵਾਅਦੇ ਕਰਦੇ ਆ, ਝੂਠੀਆਂ ਘੋਸ਼ਣਾਵਾਂ ਕਰਦੇ, ਉਹਨਾਂ ਦੀ ਦੌੜ ਚੱਲ ਰਹੀ ਆ। ਬੀਜੇਪੀ ਆਪਣਾ ਸੰਗਠਨ ਮਜ਼ਬੂਤ ਕਰਕੇ ਆਪਣੇ ਚੁਣਾਵ ਦੀ ਤਿਆਰੀ ਕਰ ਕੀ ਰਹੀ। ਲੱਗਦਾ ਜੀ ਕਦੋਂ ਲਿਸਟ ਆ ਰਹੀ ਹੈ ਜੀ? ਕੇਂਦਰ ਪੱਧਰ ਤੇ ਜਿਹੜੇ MP ਹੈਗੇ, ਉਹਨਾਂ 'ਚ ਸਭ ਤੋਂ ਵੱਧ ਕ੍ਰਿਮੀਨਲ ਪਾਰਟੀ ਦੇ ਲੋਕ ਜਿਹੜੇ ਹੈਗੇ ਆ, ਉਹਨਾਂ 'ਚ MP ਬਣੇ ਹੋਏ ਆ। ਉਹਨਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਿਹਨਾਂ ਦੇ ਬਣੇ ਹੋਏ ਆ? ਬੀਜੇਪੀ ਦੇ ਵਿੱਚ ਜਿਹੜੇ ਨਹੀਂ, ਜਿੰਨੇ ਵੀ ਗਲਤ ਜਿੱਤੇ ਫੈਕਟਸ ਆ। ਗਏ, ਬਿਲਕੁਲ ਤੁਹਾਡੇ ਤੁਹਾਡੇ ਫੈਕਟਸ ਬਿਲਕੁਲ ਗਲਤ ਆ, ਬਿਲਕੁਲ ਗਲਤ ਆ। ਬੀਜੇਪੀ ਦੇ ਸਭ ਤੋਂ ਘੱਟ ਮਿਲਣਗੇ ਤੁਹਾਨੂੰ। ਕਿਹਦੇ ਨਾਲ ਮੁਕਾਬਲਾ ਸਰ ਮੰਨਦੇ ਤੁਸੀਂ ਇਸ ਚੁਣਾਵ ਦੇ ਵਿੱਚ? ਅਲੱਗ-ਅਲੱਗ ਸੀਟ ਤੇ ਅਲੱਗ-ਅਲੱਗ ਮੁਕਾਬਲਾ, ਪਰ ਬੀਜੇਪੀ ਜਿਹੜੀ ਆ ਉਹ ਫਰੰਟ ਰਨਰ ਆ। ਨਹੀਂ ਕਿਹਦੇ ਨਾਲ ਹੋਣਾ ਮੁਕਾਬਲਾ? ਮੈਂ ਤਾਂ ਕਿਹਾ ਅਲੱਗ-ਅਲੱਗ ਸੀਟਾਂ ਤੇ ਅਲੱਗ-ਅਲੱਗ ਆ। ਬੀਜੇਪੀ ਫਰੰਟ ਰਨਰ। ਹੁਸ਼ਿਆਰਪੁਰ ਦਾ ਹੁਸ਼ਿਆਰਪੁਰ ਦਾ ਵੀ ਦੱਸ ਦਾਂਗੇ, ਇੱਕੋ ਕਾਨਫਰੰਸ 'ਚ ਸਭ ਕੁਝ ਰਹਿਣਾ ਪਿੱਛੇ। ਚਲੋ साहब, ये जो जेसीटी वाला घोटाला जो है शहर में चर्चा हो रही है कि लोकपाल ने इसको रद्द कर दिया है। लोकपाल में मैं गया था, नहीं, वीर रविंदर सिंह पता नहीं कौन गया होगा, कौन क्या है मेरे को तो ये भी नहीं पता। आप ही बता रहे हैं रद्द कर दिया।